ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰਿ ਉਰ ਧਾਰਿਆ। ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਾਨ ਡਿਠਾ ਪੂਰਾ ਸਤਿਗੁਰੂ, ਤਾਂ ਅੰਦਰੋਂ ਮਨ ਸਾਧਾਰਿਆ। ਬਲਹਾਰੀ ਗੁਰ ਆਪਣੇ, ਸਦਾ ਸਦਾ ਕੌਮ ਵਾਰਿਆ। ਗੁਰਮੁਖ ਜਿਤਾ ਮਨਮੁਖ ਹਾਰਿਆ। ਪਾਠ ਰੱਖਿਆ ਨਾ ਵਿੱਚ। ਹਾਂ। ਗੁਰਮੁਖ ਜਿਤਾ ਮਨਮੁਖ ਹਾਰਿਆ। ਗੁਰਮੁਖ ਜਿਤਾ ਮਨਮੁਖ ਹਾਰਿਆ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਸਮਰੱਥ ਗੁਰੂ, ਲੋਕ ਪਰਲੋਕ ਦੇ ਰੱਖਿਅਕ ਭਗਤੋ, ਅਸ਼ਲ ਗਿਆਨ ਦੇ ਸਾਗਰ ਸਤਿਗੁਰਾਂ ਦੀ ਪਿਆਰੀ ਜੋਤ, ਸੱਤੇ ਸੱਚੇ ਪਾਤਸ਼ਾਹ ਦਾ ਸਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ, ਜੁੜ ਰਹੀ ਸਾਧ ਸੰਗਤ, ਧੰਨਤਾ ਦੇ ਯੋਗ ਵਡਭਾਗੇ ਹਾਂ। ਸਤਿਗੁਰੂ ਨੇ ਮਿਹਰ ਕੀਤੀ ਹੈ ਜੀਵਨ ਦੇ ਬੱਚੇ ਸਵਾਸ ਲੇਖੇ ਵਿੱਚ ਲਾਉਣ ਦੇ ਲਈ, ਔਰ ਜ਼ਿੰਦਗੀ ਦਾ ਅਨਮੋਲ ਸਮਾਂ ਸਫਲ ਕਰਨ ਦਾ ਸਮਾਂ ਮੌਕਾ ਬਖਸ਼ਿਆ। ਗੁਰੂ ਮਹਾਰਾਜ ਜੀ ਦਾ ਫਰਮਾਨ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲਿਖਾ ਛੋੜ ਅਲਿਖਿਆ ਛੁਟੇ, ਹਮ ਨਿਰਗੁਣ ਲਿਓ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਭਰਿਓ, ਰਾਖ ਲਿਓ ਇਹ ਵਾਰੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਸ਼ਬਦ ਤੁਸੀਂ ਸਰਵਣ ਕੀਤਾ, ਕਿੰਨਾ ਕੁਛ ਮਿਲਦਾ ਹੈ। ਸੁੱਖ ਮਿਲਦਾ, ਸ਼ੋਭਾ ਮਿਲਦੀ, ਔਰ ਜੀਵ ਆਤਮਾ ਇੱਥੇ ਪਾਕ ਹੁੰਦੀਆਂ ਹਨ, ਪਵਿੱਤਰ ਹੁੰਦੀਆਂ ਨੇ, ਔਰ ਰੂਹਾਂ ਬਖਸ਼ੀਆਂ ਜਾਂਦੀਆਂ ਹਨ। ਇੱਥੇ ਇਨਸਾਨ ਦੇ ਗੁਨਾਹਾਂ ਨੂੰ, ਪਾਪਾਂ ਨੂੰ ਮਾਫ ਕੀਤਾ ਜਾਂਦਾ ਹੈ। ਸੰਸਾਰ ਦੇ ਵਿੱਚ ਕੋਈ ਵੀ ਮਾਫ ਇੱਕ ਦੂਜੇ ਨੂੰ ਨਹੀਂ ਕਰਦਾ। ਸੰਸਾਰ ਦੇ ਵਿੱਚ ਲੋਕ ਨਫ਼ਰਤ ਔਰ ਦੁਸ਼ਮਣੀ ਕੱਢਦੇ ਨੇ,
ਕੋਈ ਵੀ ਕਿਸੇ ਨੂੰ ਮਾਫ ਕਰਨ ਦੇ ਲਈ ਰਾਜ਼ੀ ਨਹੀਂ, ਨਫ਼ਰਤ ਫੈਲਾ ਕੇ ਰਾਜ਼ੀ ਹੈ। ਕੋਈ ਕਿਸੇ ਨੂੰ ਮਾਫੀ ਦੇ ਕੇ ਰਾਜ਼ੀ ਨਹੀਂ, ਗਿਲਾ ਸ਼ਿਕਵਾ ਗੁੱਸਾ ਕਰਕੇ ਰਾਜ਼ੀ ਹੈ। ਪਰ ਗੁਰੂ ਦਾ ਦਰਬਾਰ, ਮਹਾਰਾਜ ਜੀ ਦਾ ਦਰਬਾਰ, ਇੱਥੇ ਸਾਰੇ ਹੀ ਬਖਸ਼ੇ ਜਾਂਦੇ ਹਨ। ਇੱਥੇ ਸਾਰੇ ਹੀ ਬਖਸ਼ੇ ਜਾਂਦੇ ਹਨ। ਇਹ ਗੁਰੂ ਨਾਨਕ ਦੇ ਘਰ ਦੀ ਖਾਸੀਅਤ ਹੈ। ਸੋ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ, ਕਿਰਪਾ ਕਰਨ। ਜੋ ਗੁਣ ਸਾਡੇ ਸਤਿਗੁਰ ਵਿੱਚ ਹਨ, ਸਾਡੇ ਅੰਦਰ ਭਾਵਨਾ ਬਣੇ ਤੇ ਉਹ ਗੁਣ ਸਾਡੇ ਵਿੱਚ ਵੀ ਆ ਜਾਣ। ਜਦੋਂ ਤੱਕ ਉਹ ਗੁਣ ਸਾਡੇ ਵਿੱਚ ਨਹੀਂ ਆਉਣਗੇ, ਉਦੋਂ ਤੱਕ ਅਸੀਂ ਪਰਮੇਸ਼ਰ ਤੋਂ ਵੱਖਰੇ ਹੀ ਤੁਰੇ ਫਿਰਾਂਗੇ। ਅਸੀਂ ਪਰਮੇਸ਼ਰ ਦਾ, ਰੱਬ ਦਾ ਮਿਲਾਪ ਚਾਹੁੰਦੇ ਹਾਂ। ਉਸ ਦੇ ਮਿਲਾਪ ਦੇ ਲਈ ਉਸ ਵਰਗੇ ਗੁਣਾਂ ਨੂੰ ਧਾਰਨ ਕਰਨਾ ਜ਼ਰੂਰੀ ਹੋਏਗਾ। ਜੋ ਪਰਮਾਤਮਾ ਦੇ ਵਿੱਚ ਗੁਣ ਹਨ, ਜਦੋਂ ਤੱਕ ਪਰਮਾਤਮਾ ਦੇ ਬੰਦਿਆਂ ਦੇ ਵਿੱਚ ਉਹ ਗੁਣ ਪੈਦਾ ਨਹੀਂ ਹੁੰਦੇ, ਉਦੋਂ ਤੱਕ ਕੋਈ ਪਰਮਾਤਮਾ ਕੋਲ ਪਹੁੰਚ ਵੀ ਨਹੀਂ ਸਕਦਾ, ਜਾਣ ਨਹੀਂ ਸਕਦਾ, ਔਰ ਪਰਮਾਤਮਾ ਵਿੱਚ ਅਭੇਦ ਵੀ ਨਹੀਂ ਹੋ ਸਕਦਾ। ਪਹਿਲਾ ਗੁਣ ਅਸੀਂ ਦੇਖਾਂਗੇ ਵੀ ਪਰਮਾਤਮਾ ਵਿੱਚ ਗੁਣ ਕਿਹੜੇ ਕਿਹੜੇ ਨੇ। ਰੋਜ਼ ਜੋ ਸਰਵਣ ਕਰਦੇ ਹਾਂ ਉਹ ਪਰਮਾਤਮਾ ਦੇ ਗੁਣ ਹੀ ਹਨ। ਉਹ ਗੁਣ ਇੱਕ ਇੱਕ ਕਰਕੇ ਜੇ ਅਸੀਂ ਮੰਨਣੇ ਸ਼ੁਰੂ ਕਰ ਦਈਏ, ਕਮਾਉਣੇ ਸ਼ੁਰੂ ਕਰ ਦਈਏ, ਅਸੀਂ ਵੀ ਉਸ ਪਰਮਾਤਮਾ ਦਾ ਰੂਪ ਹੋ ਸਕਦੇ ਹਾਂ। ਔਰ ਫਿਰ ਅਸੀਂ ਮੰਨ ਸਕਦੇ ਹਾਂ, ਕਹਿ ਸਕਦੇ ਹਾਂ, ਮੈਨੂੰ ਹਰੀ ਪਰਮਾਤਮਾ ਮਿਲਿਆ। ਮਿਲਣ ਦਾ ਮਤਲਬ ਉਸ ਦੇ ਗੁਣ ਆਪਣੇ ਆਪ ਵਿੱਚ ਆ ਜਾਣੇ। ਜਿਵੇਂ ਇੱਕ ਪਿਓ ਦਾ ਪੁੱਤਰ ਕਹਿੰਦਾ ਵੀ ਮੈਂ ਆਪਣੇ ਪਿਓ ਦਾ ਪੁੱਤਰ ਹਾਂ। ਪੁੱਤਰ ਉਹੀ ਕਹਿਲਾਉਂਦਾ ਜਿਹਦੇ ਵਿੱਚ ਪਿਤਾ ਵਾਲੇ ਗੁਣ ਹੋਣ। ਭਾਵੇਂ ਉਸ ਘਰ ਜਿੱਥੇ ਉਹ ਰਹਿੰਦਾ ਹੈ ਉਹ ਜੰਮਿਆ ਤੇ ਉਸ ਘਰ ਹੀ ਹੈ, ਜੇ ਉਸ ਵਿੱਚ ਆਪਣੀ ਮਾਂ ਜਾਂ ਬਾਪ ਵਾਲੇ ਗੁਣ ਨਹੀਂ ਤੇ ਉਹ ਪੁੱਤਰ ਕਹਿਲਾਉਣ ਦਾ ਜਾਂ ਧੀ ਕਹਿਲਾਉਣ ਦੇ ਹੱਕਦਾਰ ਨਹੀਂ। ਜੋ ਗੁਣ ਉਹਨਾਂ ਦੇ ਪੇਰੈਂਟਸ ਦੇ ਵਿੱਚ, ਮਾਂ ਬਾਪ ਵਿੱਚ ਚੰਗੇ ਹੋਣਗੇ, ਜੇ ਉਹੀ ਗੁਣ ਬੱਚੇ ਦੇ ਵਿੱਚ ਹੋਣਗੇ ਤੇ ਬੱਚਾ ਆਪਣੇ ਮਾਂ ਬਾਪ ਦਾ ਪੁੱਤ ਧੀ ਕਹਿਲਾਉਣ ਦਾ ਅਸਲੀ ਹੱਕ ਰੱਖਦਾ ਹੈ। ਜੇ ਸਾਡੇ ਵਿੱਚ ਵੀ ਰੱਬੀ ਗੁਣ ਹੋਣਗੇ ਤੇ ਤਾਂ ਹੀ ਅਸੀਂ ਗੁਰੂ ਨਾਨਕ ਦੇ ਪੁੱਤਰ ਧੀਆਂ ਅਖਵਾਉਣ ਦੇ ਹੱਕਦਾਰ ਹੋਵਾਂਗੇ। ਜੇ ਗੁਣ ਨਹੀਂ ਹੋਣਗੇ ਤੇ ਫਿਰ ਬਿਲਕੁਲ ਸਾਨੂੰ ਹੱਕ ਨਹੀਂ। ਗੱਲਾਂ ਦੇ ਨਾਲ ਮੈਂ ਵੀ ਕਵਾਂਗਾ ਮੇਰਾ ਗੁਰੂ ਨਾਨਕ, ਮੇਰਾ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰੂ 10, ਪਰ ਉਹ ਗੱਲਾਂ ਦੇ ਨਾਲ ਗੁਰੂ ਨਹੀਂ ਹਨ। ਉਹ ਮੰਨਣ ਕਰਕੇ ਗੁਰੂ ਹਨ। ਹੁਕਮ ਨੂੰ ਪਹਿਚਾਨਣ, ਹੁਕਮ ਨੂੰ ਮੰਨਣ ਕਰਕੇ ਸਾਡੇ ਗੁਰੂ ਬਣਦੇ ਹਨ। ਗੱਲਾਂ ਦੇ ਨਾਲ ਦੇ ਗੁਰੂ ਨਹੀਂ ਬਣਦਾ। ਗੱਲਾਂ ਦੇ ਨਾਲ ਤੇ ਲੋਕ ਇੱਕ ਦੂਜੇ ਨੂੰ ਕਈ ਰਿਸ਼ਤਿਆਂ ਦੇ ਨਾਲ ਬੁਲਾਉਂਦੇ ਨੇ, ਦੂਜੇ ਨੂੰ ਰੱਬ ਤੱਕ ਵੀ ਕਹਿ ਦਿੰਦੇ ਨੇ। ਕਿਤੇ ਰੱਬ ਮੰਨਦੇ ਥੋੜ੍ਹੋ ਹੈ। ਤੂੰ ਤੇ ਮੇਰੇ ਪਿਓ ਵਰਗਾ ਹਾਂ, ਇਸ ਤਰ੍ਹਾਂ ਵੀ ਕਹਿ ਦਿੰਦੇ ਨੇ। ਉਹ ਚੀਜ਼ ਬਣਦੀ ਥੋੜ੍ਹੋ ਹੈ, ਗੱਲਾਂ ਦੇ ਨਾਲ ਥੋੜ੍ਹੋ ਬਣਦੀ ਹੈ। ਤੂੰ ਤੇ ਮੇਰੀ ਭੈਣ, ਮੇਰੀ ਮਾਂ ਵਰਗੀ ਹੈ, ਗੱਲਾਂ ਦੇ ਨਾਲ ਇੱਦਾਂ ਦੀ ਚੀਜ਼ ਨਹੀਂ ਬਣਦੀ। ਅੰਦਰ ਭਾਵਨਾ, ਅੰਦਰ ਰਿਸ਼ਤੇ ਨੂੰ ਵੀ ਕਬੂਲ ਕਰਨਾ ਪਏਗਾ। ਮੇਰਾ ਗੁਰੂ ਨਾਨਕ ਸਤਿਗੁਰ ਹੈ, ਮੇਰਾ ਗੁਰੂ ਗ੍ਰੰਥ ਮੇਰਾ ਗੁਰੂ ਹੈ। ਇੱਦਾਂ ਤੇ ਮੁਸਲਮਾਨ ਵੀ ਕਹਿ ਸਕਦਾ ਵੀ ਉਹ ਕਿਹੜੇ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ। ਹਿੰਦੂ ਵੀਰ ਵੀ ਕਹਿ ਸਕਦਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ, ਮੇਰਾ ਗੁਰੂ ਨਾਨਕ ਗੁਰੂ ਹੈ। ਔਰ ਕਈ ਮੁਸਲਮਾਨ ਫਕੀਰ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਨੇ, ਉਹਨਾਂ ਦਾ ਵੀ ਉਹ ਗੁਰੂ ਹੈ। ਪਰ ਗੁਰੂ ਪੀਰ ਕਿਸ ਦਾ ਹੈ? ਜਿਹੜਾ ਉਸ ਦੀ ਗੱਲ ਮੰਨਦਾ ਹੈ। ਗੁਰੂ ਉਸ ਦਾ ਹੈ, ਉਹ ਕੋਈ ਵੀ ਹੋਵੇ। ਸੋ ਆਓ, ਅੱਜ ਦਾ ਸ਼ਬਦ ਵੀ ਗੁਰੂ ਦੇ ਨਾਲ ਹੀ ਸੰਬੰਧਿਤ ਹੈ। ਮਹਾਰਾਜ ਮਿਹਰ ਕਰਨ, ਦਇਆ ਕਰਨ। ਸ਼ਬਦ ਨੂੰ ਵਿਚਾਰ ਰਾਹੀਂ ਸਰਵਣ ਕਰੀਏ। ਸੋ ਪੰਕਤੀ ਪੜ੍ਹੀ ਗਈ ਹੈ, ਸੱਚ ਸੱਚਾ ਸਤਿਗੁਰ ਅਮਰ ਹੈ,
जिस अंदर हर उर धारिया। सच सच्चा सतगुर पुरख है जिन काम क्रोध बिख मारे। जिथे सिख की परिभाषा दसी जाती है ना, जिथे सानू गुरु ग्रंथ साहब दसते ने भी सिख किनू कहते ने, सिख किवें दा होना चाहिए, उत्थे गुरबाणी विच ये भी लिखिया भी गुरु किनू कहते ने, गुरु किस तरह का होना चाहिए। बाणी विच लिखिया सेवक किस तरह का होना चाहिए, बाणी विच लिखिया जिहड़ा सेवक दा मालक है ना वो किस तरह का होना चाहिए। दोनों बारे लिखिया, ये नहीं एक बारे, दोहां बारे ही लिखिया गया भी दोनों दे विच किहो जिहे गुण होने चाहिए। मालक विच गुण होण ते मालक अखवाउंदा, सेवक विच नौकर विच दास विच गुण होण, दास नौकर अखवाउंदा। हम चाकर गोविंद के ठाकुर मेरा भारा, सौ कहे सो कीजे तन मनो दीजे ऐसा प्रमलाई। ठाकर शौ जो कहंदा जो करदा वो दास है, गोला है, सेवक है। ते जिहड़ा मालक सेवक दी भावना पूरी नहीं कर सकता, उसदी शरधा नूं फल नहीं दे सकता, उसकी तृष्णा भुख नूं मिटा नहीं सकता, सीधे रस्ते पा नहीं सकता, उसनों भी मालक जां गुरु अखवाउण दा हक नहीं। गुरु बाणी विच लिखदे ने, गुरु जिन्ना का अंधला सिख भी अंधे कर्म करें। जे गुरु सुजाखा नहीं, जे गुरु भी हनेरे दे विच है, उहदे सिख उहदे शिष्य भी हनेरे दे विच अंधे ही होणगे। इस करके गुरु का सुजाखा होना बहुत जरूरी है। जे सेवक ने सुजाखा बनना, गुरु नूं राह दा पता होना चाहिए जी उसने अपने सेवक नूं राह दसना। सो गुरु महाराज जी फरमान करते हैं, गुरु कैसा सतगुरु कैसा, सच सच्चा सतगुर अमर है। वो अमर हुंदा है, ऐसा नहीं भी वो चला गया 100 साल के बाद वो बारे भुल ही गए। अमर उसनों कहते हैं जो सदीवी रहिंदा है, नाम करके शब्द करके याद करके, शरीर करके नहीं। साडे गुरु बाणी करके शब्द करके सानू याद आउंदे हन जां करदे हन। शरीर ते कुछ समय लई हुंदा है ते मिटदा है, पर शरीर दे विच रह के जिहड़े कर्म कीते जांदे ने वो नहीं मिटदे। शरीर मिटदा है, कुछ समय बाद कुछ सालां बाद मिटदा है, पर शरीर दे विच रह के जो कर्म करके इंसान जांदा है ना, वो बहुत चिर वो पिछा ही करते हैं, वो मिटदे नहीं। कर्म नहीं मिटदे, कर्मां दी खेती प्रफुल्लित होंदी रहिंदी है। ते जीवात्मा जिथे भी घूमदी जिथे भी जाती है, वो कर्मां दी खेती उहदे मोहरे रख दिती जाती है, चाहे वह किसी भी जामे विच होवे। उन्होंने कहते हैं भी आ लै तेरे पिछले जन्म का हिसाब किताब कर पूरा, इनू क्लीयर कर। उसनों किसी भी जामे दे विच जाके वो हिसाब किताब कर्मां दा लेखा जिहड़ा देना पैंदा। बाणी दा फरमान है, लिखे कते ना छुटी है, खिन खिन भुलनहार, बख्शनहार बख्श लै नानक पारो तार। लिखे मुकदे नहीं, जिथे मर्जी लुक जाए, जिथे मर्जी चला जाए, चाहे जानवर बन जाए, पशु बन जाए, पक्षी पंछी बन जाए, उन्होंने उस जन्म दे विच जाके भी अपना हिसाब किताब जिहड़ा लैन देन करना पएगा। ध्यान देना, जिस कोल जिंदगी विच लैना उहदे कोल लै लेना चाहिए। जिसनों जिंदगी दे विच किसी का हिसाब किताब देना है उन्होंने दे देना चाहिए। बाणी विच लिखे, जिस कोल लैना उहदे कोल लै भी लेना चाहिए, जिन्हों देना उन्होंने दे भी देना चाहिए। जे हिसाब किताब रह गया
ਭਾਵੇਂ ਜਿੰਨੀ ਵਧੀਆ ਮਰਜ਼ੀ ਖੇਤੀ ਹੋਵੇ, ਜਿੰਨਾ ਮਰਜ਼ੀ ਪੁੰਨ ਕੀਤਾ ਹੋਵੇ, ਜਿੰਨੇ ਮਰਜ਼ੀ ਕਰਮ ਕੀਤੇ ਹੋਣ, ਜੇ ਕਿਸੇ ਦਾ ਲੈਣ ਦੇਣ ਰਹਿ ਗਿਆ ਤੇ ਉਹ ਮੁੜ ਜਨਮ ਧਾਰਨ ਕਰਨਾ ਪਏਗਾ, ਮੁੜ ਜਨਮ ਧਾਰਨ ਕਰਨਾ ਪਏਗਾ। ਅਸੀਂ ਕਈ ਬੈਠੇ ਹੋਵਾਂਗੇ, ਮੈਂ ਵੀ ਤੁਹਾਡੇ ਨਾਲ ਹੀ ਸ਼ਾਇਦ ਹੋਵਾਂ, ਜਿਨ੍ਹਾਂ ਨੇ ਹਿਸਾਬ ਕਿਤਾਬ ਅਜੇ ਦੇਣਾ ਹੈ, ਕਲੀਅਰ ਨਹੀਂ ਕੀਤਾ। ਜਿੰਨੀ ਜ਼ਿੰਦਗੀ ਲੰਘੀ ਹੈ ਨਿਗਾਹ ਮਾਰ ਲੈਣਾ, ਕਿਸੇ ਦਾ ਦੱਬਿਆ ਤੇ ਨਹੀਂ, ਕਿਸੇ ਦਾ ਰੱਖਿਆ ਤੇ ਨਹੀਂ, ਖਾਸ ਕਰਕੇ ਮਿਹਨਤੀ ਦਾ, ਖਾਸ ਕਰਕੇ ਕਿਸੇ ਮਜ਼ਦੂਰ ਦਾ, ਕਿਸੇ ਗਰੀਬ ਦਾ, ਕਿਸੇ ਦਾ ਹੱਕ ਰੱਖਿਆ ਤੇ ਨਹੀਂ। ਜੇ ਰੱਖਿਆ ਉਹਦੇ ਘਰ ਜਾ ਕੇ ਉਹਨੂੰ ਦੇ ਦੇ ਭਾਈ, ਹਿਸਾਬ ਕਿਤਾਬ ਬਰਾਬਰ ਕਲੀਅਰ। ਕਿਸੇ ਦਾ ਨਿਉਂਦਰਾ ਨਾ ਪਾਈਏ, ਉਹ ਪਿੱਛਾ ਨਹੀਂ ਛੱਡਦਾ, ਗਲੀਆਂ 'ਚ ਘੇਰ ਕੇ ਬਹਿ ਜਾਂਦਾ, ਤੁਹਾਡਾ ਰਹਿੰਦਾ। ਠੀਕ ਹੈ ਜੀ, ਬੜੀ ਪਿਆਰੀ ਉਦਾਹਰਨ ਹੈ। ਕਿਸੇ ਦੇ ਸ਼ਗਨ ਪਾਇਆ ਹੋਵੇ, ਅਗਲਾ ਯਾਦ ਰੱਖਦਾ, ਕਦੇ ਵੀ ਨਹੀਂ ਭੁੱਲਦਾ। ਉਹ ਯਾਦ ਰੱਖਦਾ ਤੇ ਫਿਰ ਆਸ ਰੱਖਦਾ ਵੀ ਉਹ ਸਾਡੇ ਵੀ ਆਉਣ ਤੇ ਸਾਨੂੰ ਵੀ ਉਸੇ ਤਰ੍ਹਾਂ ਹੀ ਮਾਣ ਸਤਿਕਾਰ ਦੇਣ। ਇਹ ਤਾਂ ਦੁਨੀਆ ਦੀ ਰੀਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਗੱਲ ਚੱਲ ਰਹੀ ਹੈ ਰੂਹਾਨੀਅਤ ਦੀ। ਜੇ ਇਹ ਚੀਜ਼ਾਂ ਸਾਰੇ ਅਸੀਂ ਯਾਦ ਰੱਖਦੇ ਹਾਂ, ਲੈਣ ਦੇਣ ਯਾਦ ਰੱਖਦੇ ਹਾਂ, ਤੇ ਫਿਰ ਕਰਮਾਂ ਦੀ ਖੇਤੀ ਜਦੋਂ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਲੈਣ ਦੇਣ ਸਾਫ਼ ਸੁਥਰਾ ਹੋਣਾ ਚਾਹੀਦਾ। ਜੇ ਸਾਫ਼ ਸੁਥਰਾ ਨਹੀਂ, ਫਿਰ ਬੰਦਾ ਲੇਖਾ ਦੇਵੇਗਾ। ਭਾਵੇਂ ਕਿਸੇ ਵੀ ਜਨਮ ਦੇ ਵਿੱਚ ਆ ਕੇ, ਚਾਹੇ ਉਸ ਦੇ ਘਰ ਪਸ਼ੂ ਬਣ ਕੇ ਦੇਵੇ, ਚਾਹੇ ਉਸ ਘਰ ਦਾ ਜੀ ਬਣ ਕੇ ਦੇਵੇ, ਚਾਹੇ ਕੁਝ ਵੀ ਬਣ ਕੇ ਦੇਵੇ, ਲੇਖੇ ਕਤੇ ਨਾ ਛੁੱਟੀ। ਸੋ ਇਸ ਲਈ ਮਹਾਰਾਜ ਜੀ ਦੀ ਬਾਣੀ ਸਾਨੂੰ ਦੱਸ ਰਹੀ ਹੈ ਸਤਿਗੁਰ ਦੇ ਬਾਰੇ। ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਜਿਸ ਦੇ ਹਿਰਦੇ ਦੇ ਵਿੱਚ ਨਾਮ ਪਰੋਇਆ ਹੋਇਆ ਉਹ ਸਤਿਗੁਰ ਹੈ। ਜਿਸ ਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਪਰੋਇਆ ਹੋਇਆ ਉਹ ਸਤਿਗੁਰ ਹੈ। ਜਿਸ ਦੇ ਅੰਦਰ ਨਾਮ ਨਹੀਂ ਹੈ, ਬਾਹਰੋਂ ਕੇਵਲ ਨਾਮ ਦਾ ਦਿਖਾਵਾ ਕਰਦਾ, ਉਹ ਨਾਮੀ ਨਹੀਂ, ਉਹ ਸਤਿਗੁਰ ਨਹੀਂ। ਮਹਾਰਾਜ ਦੀ ਬਾਣੀ ਦਾ ਹੋਰ ਸ਼ਬਦ ਅਸੀਂ ਪੜ੍ਹਦੇ ਹੁੰਦੇ ਹਾਂ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀਵੈ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸਤਿਗੁਰ ਜੀ ਦੀ ਪਹਿਚਾਣ ਇਸ ਤਰੀਕੇ ਨਾਲ ਦੱਸੀ ਗਈ ਹੈ, ਪਰ ਇਸ ਨੂੰ ਸਮਝਣਾ ਵੀ ਬੜਾ ਔਖਾ ਹੈ। ਅਸੀਂ ਜਦੋਂ ਸਮਝਦੇ ਹਾਂ ਇਸ ਪੰਕਤੀ ਨੂੰ ਹੋਰ ਪਾਸੇ ਲੈ ਜਾਂਦੇ ਹਾਂ। ਇਸ ਕਰਕੇ ਜਿਸ ਦੇ ਅੰਦਰ ਨਾਮ ਹੈ ਉਹ ਸਤਿਗੁਰ ਹੈ। ਇੱਕ ਸਵਾਲ ਇੱਥੇ ਆ ਰਿਹਾ, ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਸੱਚਾ ਸਤਿਗੁਰ ਹੈ? ਧਿਆਨ ਦੇਣਾ, ਅਸੀਂ ਤੇ ਸਤਿਗੁਰੂ ਵੈਸੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਦੁਨੀਆ ਦੇ ਵਿੱਚ ਬਹੁਤ ਲੋਕ ਐਸੇ ਨੇ ਜਿਹੜੇ ਸਰੀਰ ਦੇ ਵਿੱਚ ਜਿਹੜੇ ਰਹਿੰਦੇ ਹਨ ਉਹਨਾਂ ਨੂੰ ਵੀ ਸਤਿਗੁਰੂ ਮੰਨਦੇ ਹਨ। ਹੋ ਸਕਦਾ ਹੋਣਗੇ, ਪਰ ਉਹਨਾਂ ਨੂੰ ਕਿਵੇਂ ਪਹਿਚਾਣਿਆ ਜਾਏ? ਅਸੀਂ ਧੋਖੇ ਦੇ ਵਿੱਚ ਕਈ ਵਾਰ ਨੁਕਸਾਨ ਕਰਾ ਬੈਠਦੇ ਹਾਂ। ਨੁਕਸਾਨ। ਸੋ ਸਵਾਰਥ ਦੀ ਪੂਰਤੀ ਨੂੰ ਪ੍ਰਾਪਤ ਕਰਨ ਵਾਲਾ ਜਾਂ ਪੂਰਤੀ ਰੱਖਣ ਵਾਲਾ, ਪੂਰਨ ਕਰਨ ਵਾਲਾ, ਮੇਰਾ ਸਵਾਰਥ ਪੂਰਾ ਹੋਵੇ। ਇਕੱਠ ਕਰਨ ਵਾਲਾ ਸਵਾਰਥ ਦੀ ਪੂਰਤੀ ਦੇ ਲਈ ਵਡਿਆਈ ਪ੍ਰਭਤਾ ਜਾਂ ਮਾਇਆ ਦਾ ਧਾਰਨੀ, ਮਾਇਆ ਨੂੰ ਇਕੱਠੀ ਕਰਨ ਵਾਲਾ, ਉਹ ਸਤਿਗੁਰ ਨਹੀਂ ਹੁੰਦਾ। ਉਹ ਸਤਿਗੁਰ ਨਹੀਂ ਹੁੰਦਾ। ਸਤਿਗੁਰ ਤੇ ਸਭ ਤੋਂ ਪਹਿਲਾਂ ਮਾਇਆ ਨੂੰ ਤਿਆਗਦਾ। ਸਤਿਗੁਰ ਸਭ ਤੋਂ ਪਹਿਲਾਂ ਤੇ ਵਡਿਆਈ ਨੂੰ ਤਿਆਗਦਾ। ਜੇ ਦੁਨਿਆਵੀ ਕੋਈ ਗੁਰੂ ਕਹਿੰਦਾ ਵੀ ਮੈਨੂੰ ਵਡਿਆਈ ਚਾਹੀਦੀ ਹੈ, ਮੈਨੂੰ ਸ਼ਾਨੋ ਸ਼ੌਕਤ ਚਾਹੀਦੀ ਹੈ, ਮੈਨੂੰ ਮਾਇਆ ਚਾਹੀਦੀ ਹੈ, ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਉਹ ਸਤਿਗੁਰੂ ਨਹੀਂ, ਉਹ ਲਾਲਚੀ ਹੈ ਕੋਈ, ਉਹ ਕੋਈ ਲੋਭੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਦੇ ਵੀ ਸਾਡੇ ਕੋਲੋਂ ਕੁਝ ਨਹੀਂ ਮੰਗਿਆ। ਜੋ ਵੀ ਅਸੀਂ ਦਿੰਦੇ ਹਾਂ ਉਹਦੇ ਬੱਚੇ ਹੀ ਖਾਂਦੇ ਨੇ ਆਪਸ ਵਿੱਚ ਵੰਡ ਕੇ।
ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜੋ ਵੀ ਭੇਟ ਕਰਦੇ ਹਾਂ, ਪੈਸੇ, ਕੋਈ ਅਨਾਜ, ਕੋਈ ਵੀ ਚੀਜ਼, ਉਹ ਸਾਰੇ ਉਹਦੇ ਬੱਚੇ ਹੀ ਛਕਦੇ ਹਨ। ਸਤਿਗੁਰੂ ਨੂੰ ਕੋਈ ਲਾਲਚ ਨਹੀਂ। ਨਾਲੇ ਜੋ ਵੀ ਅਸੀਂ ਭੇਟਾ ਕਰਦੇ ਹਾਂ, ਜਿਸ ਕੀ ਵਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਜੋ ਕੁਝ ਵੀ ਅਸੀਂ ਗੁਰੂ ਘਰ ਲਿਆਉਂਦੇ ਹਾਂ, ਉਹ ਰੱਬ ਦਾ ਦਿੱਤਾ ਹੋਇਆ ਪੇਸ਼ ਕਰਦੇ ਹਾਂ, ਅੱਗੇ ਭੇਟਾ ਕਰਦੇ ਹਾਂ, ਅਰਪਿਤ ਕਰਦੇ ਹਾਂ। ਸਾਡਾ ਨਹੀਂ ਹੈ ਕੁਝ ਵੀ। ਸਾਡੇ ਘਰ ਵਿੱਚ ਜਿੰਨੇ ਵੀ ਕੋਈ ਦਾਣੇ ਨੇ, ਕੋਈ ਅਨਾਜ ਹੈ, ਕੋਈ ਪੈਸੇ ਹੈ, ਜਾਂ ਕੋਈ ਵੀ ਪ੍ਰਾਪਰਟੀ ਹੈ, ਉਹ ਸਾਡੀ ਨਹੀਂ ਹੈ, ਉਹ ਪ੍ਰਮਾਤਮਾ ਦੀ ਦਿੱਤੀ ਹੋਈ ਹੈ। ਅਸੀਂ ਘਰ ਵਿੱਚ ਜੰਮੇ, ਸਾਡੇ ਬਣੇ ਬਣਾਏ ਮਕਾਨ ਸਾਨੂੰ ਮਿਲ ਗਏ, ਕੋਠੀਆਂ ਮਿਲ ਗਈਆਂ, ਜ਼ਮੀਨਾਂ ਵੀ ਮਿਲ ਗਈਆਂ, ਉਹਦੇ ਹੱਕਦਾਰ ਅਸੀਂ ਹੋ ਗਏ। ਇੱਕ ਬੱਚੇ ਨੇ ਉੱਥੇ ਜਨਮ ਲਿਆ ਜਿਹਦੇ ਘਰ ਦੇ ਵਿੱਚ ਛੱਤ ਵੀ ਨਹੀਂ ਸੀ, ਜਿਸ ਦੇ ਬਾਪ ਨੇ ਪਹਿਲਾਂ ਹੀ ਲੱਖਾਂ ਤੇ ਕਰੋੜਾਂ ਕਰਜ਼ਾ ਦੇਣਾ ਸੀ। ਉਹ ਜੰਮਿਆ, ਉਹ ਜੰਮਦਾ ਹੀ ਕਰਜ਼ਾਈ। ਇੱਕ ਜੰਮਿਆ ਜੰਮਦਾ ਹੀ ਅਮੀਰ, ਇੱਕ ਜੰਮਿਆ ਜੰਮਦਾ ਹੀ ਜਿਸ ਦੇ ਪਿਓ ਨੇ ਕਰਜ਼ਾ ਦੇਣਾ ਹੈ, ਉਹ ਕਰਜ਼ਾਈ ਹੈ, ਉਹ ਬੱਚਾ ਕਰਜ਼ਾਈ ਹੈ। ਤੇ ਜਿਸ ਦੇ ਬਾਪ ਨੇ ਪਹਿਲਾਂ ਸਭ ਕੁਝ ਇਕੱਠਾ ਕੀਤਾ, ਉਹ ਜੰਮਦੇ ਅਮੀਰ ਹੈ। ਇਹ ਮੈਂ ਪਹਿਲਾਂ ਬੇਨਤੀ ਕੀਤੀ, ਇਹ ਕਰਮਾਂ ਦੀ ਖੇਤੀ ਹੈ, ਇਹ ਕਰਮਾਂ ਦੀ ਖੇਤੀ ਹੈ। ਜੇ ਕਿਸੇ ਦਾ ਲੈਣ ਦੇਣ ਰਹਿੰਦਾ ਤੇ ਰੱਬ ਨੇ ਚੱਕ ਕੇ ਉੱਥੇ ਭੇਜ ਦੇਣਾ ਉਸ ਨੂੰ, ਭਾਵੇਂ ਜਾਣਾ ਉਸਨੇ ਕਿਧਰੇ ਹੋਰ ਹੋਵੇ। ਪਰਮਾਤਮਾ ਕਹਿੰਦਾ ਜਾ ਪਹਿਲਾਂ ਜਾ ਕੇ ਆਪਣਾ ਹਿਸਾਬ ਕਿਤਾਬ ਪੂਰਾ ਕਰਕੇ ਆ, ਕਲੀਅਰ ਕਰਕੇ ਆ, ਕਿਉਂਕਿ ਇੱਕ ਤਿਲ ਨਹੀਂ ਭੰਨੇ ਘਾਲੇ। ਅਸੀਂ ਇਹ ਵਿਸ਼ਵਾਸ ਰੱਖ ਕੇ ਆਉਂਦੇ ਹਾਂ, ਸਾਡਾ ਇੱਕ ਤਿਲ ਜਿਹੜਾ ਨਾ ਉਹਨੂੰ ਵੀ ਫਲ ਲੱਗਣਾ ਹੈ। ਅਸੀਂ 1 ਰੁਪਈਆ ਪਾਉਂਦੇ ਹਾਂ, 5 ਪਾਉਂਦੇ ਹਾਂ, 10 ਪਾਉਂਦੇ ਹਾਂ, 100 ਪਾਉਂਦੇ ਹਾਂ, ਗੁਲਕ ਵਿੱਚ ਕੌਲੀ ਆਟਾ ਲਿਆਉਂਦੇ ਹਾਂ, ਥਾਲੀ ਲਿਆਉਂਦੇ ਹਾਂ, ਪਲੇਟ ਵਿੱਚ ਲਿਆਉਂਦੇ ਹਾਂ। ਇਹ ਮੰਨ ਕੇ ਚੱਲਦੇ ਹਾਂ ਵੀ ਇਹ ਪ੍ਰਫੁੱਲਤ ਹੋਣਾ, ਸਾਨੂੰ ਯਕੀਨ ਹੈ। ਸਾਡੀ ਭੇਟਾ ਕੀਤੀ, ਸਾਡਾ ਦਾਨ ਕੀਤਾ, ਸਾਡਾ ਪੁੰਨ ਕੀਤਾ, ਇਹ ਸਾਨੂੰ ਮਿਲਣਾ। ਤੇ ਫਿਰ ਇਹ ਵੀ ਤੇ ਮਨ ਵਿੱਚ ਰੱਖਣਾ ਚਾਹੀਦਾ ਵੀ ਸਾਡਾ ਪਾਪ ਕੀਤਾ, ਸਾਡੀ ਗਲਤੀ ਕੀਤੀ, ਤੇ ਸਾਡਾ ਹੋਰ ਕੋਈ ਮਾੜਾ ਕਰਮ ਕੀਤਾ ਜਾਂ ਕੁਕਰਮ ਕੀਤਾ, ਇਹਦਾ ਵੀ ਸਾਨੂੰ ਹਿਸਾਬ ਕਿਤਾਬ, ਇਹਦੇ ਬਾਰੇ ਵੀ ਤੇ ਗਿਆਨ ਹੋਣਾ ਹੀ ਚਾਹੀਦਾ ਨਾ। ਜੇ ਪੁੰਨ ਦਾਨ ਕਰਕੇ ਅਸੀਂ ਕਿੰਨੇ ਸ਼ੁਕਰ ਹੈ ਪ੍ਰਮਾਤਮਾ, ਤੂੰ ਹੀ ਕਰਾਇਆ, ਹੁਣ ਮਿਹਰ ਕਰੀ, ਬਰਕਤਾਂ ਪਾਈ। ਸਾਡਾ ਮਨ ਮੰਨਦਾ ਹੈ ਨਾ ਵੀ ਸਾਡੀ ਆਵਾਜ਼ ਪਹੁੰਚ ਰਹੀ ਹੈ ਤੇ ਸਾਡਾ ਭੇਟਾ ਕੀਤਾ ਉਹ ਮਨਜ਼ੂਰ ਕਰ ਰਿਹਾ, ਮਨ ਮੰਨ ਕੇ ਬੈਠਾ ਹੈ ਨਾ। ਤੇ ਮਨ ਨੂੰ ਇਹ ਵੀ ਮੰਨਣਾ ਚਾਹੀਦਾ ਹੈ ਵੀ ਜਿਹੜਾ ਤੂੰ ਗਲਤ ਕਰਮ ਕਰਦਾ ਹੈ, ਉਹਦਾ ਵੀ ਜਿਹੜਾ ਹਿਸਾਬ ਕਿਤਾਬ ਤੈਨੂੰ ਪ੍ਰਮਾਤਮਾ ਕੋਲੋਂ ਮੰਗ ਲੈਣਾ ਚਾਹੀਦਾ। ਇਹ ਪ੍ਰਮਾਤਮਾ, ਇਹ ਮੈਂ ਕਰਮ ਕੀਤਾ ਹੈ, ਕਦੀ ਆਪਾਂ ਕਿਹਾ ਵੀ ਇਹਦੀ ਮੈਨੂੰ ਸਜ਼ਾ ਦੇ ਦੇਈ। ਸਾਨੂੰ ਚਲੋ ਇਹ ਤੇ ਗੱਲ ਅਸੀਂ ਨਹੀਂ ਕਹਿਣੀ, ਕੋਈ ਵੀ ਨਹੀਂ ਕਹਿੰਦਾ। ਅਸੀਂ ਇਹ ਜ਼ਰੂਰ ਆ ਕੇ ਕਹਿਣਾ, ਮਹਾਰਾਜ ਜੀ ਜੇ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਮੈਨੂੰ ਬਖਸ਼ ਲੈਣਾ। ਗੁਰੂ ਮਹਾਰਾਜ ਜੀ ਕਹਿੰਦੇ ਜਾ ਤੈਨੂੰ ਬਖਸ਼ ਦਿੱਤਾ, ਪਰ ਇੱਕ ਸ਼ਰਤ ਤੇ ਬਖਸ਼ਦੇ ਨੇ, ਕਹਿੰਦੇ ਅੱਗੇ ਤੋਂ ਨਾ ਕਰੀ, ਅੱਗੇ ਤੋਂ ਤੂੰ ਇਹ ਚੀਜ਼ ਨਾ ਕਰੀ। ਤੇ ਜਦੋਂ ਫਿਰ ਇਨਸਾਨ ਵਾਰ-ਵਾਰ ਉਸ ਚੀਜ਼ ਨੂੰ ਕਰਦਾ ਤੇ ਫਿਰ ਮਾਲਕ ਨਹੀਂ ਬਖਸ਼ਦਾ, ਫਿਰ ਕਹਿੰਦਾ ਤੇਰਾ ਲਿਖਾ ਲੈਣਾ। ਇੱਕ ਵਾਰੀ ਤੇ ਮੌਕਾ ਜੱਜ ਵੀ ਦੇ ਦਿੰਦਾ ਹੈ, ਕਹਿੰਦਾ ਇਹਨੂੰ ਫਾਂਸੀ ਨਾ ਦਿਓ, ਇਹਨੂੰ ਉਮਰ ਕੈਦ ਦਿਓ, ਇਹਨੂੰ ਸੁਧਰਨ ਦਾ ਮੌਕਾ ਦਿਓ, ਹੋ ਸਕਦਾ ਹੈ ਸੁਧਰ ਜਾਏ। ਤੇ ਗੁਰੂ ਵੀ ਕਹਿੰਦਾ ਵੀ ਇਹਨੂੰ ਮੌਕਾ ਤੇ ਦੇਣਾ ਚਾਹੀਦਾ। ਜੇ ਕੋਈ ਫੇਰ ਮੌਕਾ ਦੇਣ ਦੇ ਬਾਅਦ ਵੀ ਆਪਣੇ ਕਰਮਾਂ ਨੂੰ ਸਹੀ ਨਾ ਕਰੇ, ਫਿਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਫਿਰ ਸਜ਼ਾ ਮਿਲਦੀ ਹੈ, ਬਖਸ਼ੇ ਜਾਂਦੇ ਨੇ। ਜੇ ਆਹ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਮਹਾਰਾਜ ਜੀ ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ। ਜੇ ਮਨੁੱਖ ਨੂੰ ਪਤਾ ਹੈ ਵੀ ਉਹ ਰਾਹ ਜਿਹੜਾ ਹੈ ਉਹਦੇ ਅੱਗੇ ਸੜਕ ਬੰਦ ਹੈ ਤੇ ਉੱਥੇ ਟੱਕਰ ਲੱਗਣੀ ਹੈ, ਫਿਰ ਦੀਵਾ ਹੱਥ ਵਿੱਚ ਫੜ ਕੇ ਉਧਰ ਤੁਰਿਆ ਰਹੇ, ਫਿਰ ਤੇ ਮੂਰਖਤਾ। ਜਦੋਂ ਪਤਾ ਵੀ ਇਹ ਗਲੀ ਇੱਥੇ ਬੰਦ ਹੁੰਦੀ, ਅੱਗੇ ਜਾਂਦੀ ਨਹੀਂ ਤੇ ਟੱਕਰ ਹੀ ਲੱਗਣੀ ਹੈ, ਤੇ ਕੋਈ ਕਹੇ ਵੀ ਮੈਂ ਦੀਵਾ ਲੈ ਕੇ ਵੀ ਇਹ ਗਲੀ ਪਾਰ ਕਰਦਾ ਜਾਂ ਗਲੀ ਖਤਮ ਹੀ ਹੈ ਤੇ ਅੱਗੇ ਕਿੱਥੇ ਜਾਊਂਗਾ ਤੂੰ। ਇਸ ਕਰਕੇ ਤੇਰੇ ਹੱਥ ਵਿੱਚ ਦੀਵੇ ਦਾ ਫਾਇਦਾ ਕੀ ਹੈ ਜੇ ਤੂੰ ਫਿਰ ਵੀ ਟੱਕਰ ਖਾਣੀ ਹੈ। ਹਾਥ ਦੀਪ ਕੂਏ ਪਰ, ਜੇ ਤੂੰ ਖਾਈ ਕੂਏ ਦੇ ਵਿੱਚ ਡਿੱਗ ਗਿਆ ਤੇ ਫਿਰ ਤੇਰੇ ਅੰਦਰ ਪ੍ਰਕਾਸ਼ ਗਿਆਨ ਹੋਣ ਦਾ ਫਾਇਦਾ ਕੀ ਹੋਇਆ। ਜੇ ਫਿਰ ਮਾੜਾ ਕਰਮ ਤੂੰ ਕਰ ਲਿਆ, ਮਾੜਾ ਛਕ ਲਿਆ, ਮਾੜਾ ਦੇਖ ਕੇ ਖਾ ਲਿਆ, ਮਾੜਾ ਸੁਣ ਕੇ ਖਾ ਲਿਆ, ਮਾੜਾ ਹੱਥਾਂ ਨਾਲ ਕਰਕੇ ਕਮਾ ਲਿਆ,
ਤੇ ਫਿਰ ਤੇਰੇ ਗਿਆਨੀ ਹੋਣ ਦਾ, ਤੇਰਾ ਪੁਜਾਰੀ ਹੋਣ ਦਾ, ਤੇਰਾ ਗੁਰੂ ਦਾ ਸਿੱਖ ਹੋਣ ਦਾ ਫਿਰ ਕੀ ਫਾਇਦਾ ਜੇ ਸਭ ਕੁਝ ਤੂੰ ਕਰ ਹੀ ਲਿਆ। ਜਿਹੜਾ ਸਿੱਖ ਹੈ ਉਹ ਨਹੀਂ ਕਰਦਾ, ਸਿੱਖ ਨਹੀਂ ਕਰਦਾ। ਸਿੱਖ ਹੋ ਕੇ ਕੋਈ ਕਰਦਾ ਤੇ ਉਹ ਸਿੱਖ ਰਹਿੰਦਾ ਹੀ ਨਹੀਂ। ਇਸ ਕਰਕੇ ਸਿੱਖ ਦਾ ਤੇ ਮਤਲਬ ਉਹ ਤੇ ਕਦੀ ਕਰ ਹੀ ਨਹੀਂ ਸਕਦਾ ਐਸਾ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਸ ਅੰਦਰ ਹਰ ਉਰ ਧਾਰਿਆ, ਜਿਸ ਨੇ ਹਿਰਦੇ ਵਿੱਚ ਨਾਮ ਪਰੋਤਾ ਹੈ ਉਹ ਸੱਚਾ ਸਤਿਗੁਰ ਹੈ। ਸਤਿਗੁਰ ਦੀ ਨਿਸ਼ਾਨੀ ਹੁੰਦੀ ਹੈ, ਸਤਿਗੁਰ ਦੀ ਨਿਸ਼ਾਨੀ ਹੁੰਦੀ ਹੈ ਵੀ ਜਿਸ ਮਿਲੀਏ ਮਨ ਹੋਏ ਆਨੰਦ, ਉਸ ਨੂੰ ਮਿਲ ਕੇ ਆਨੰਦ ਜਿਹਾ ਹੁੰਦਾ। ਇੱਦਾਂ ਲੱਗਦਾ ਵੀ ਇਹ ਮੇਰਾ ਹੈ, ਕਿਉਂਕਿ ਇਸ ਨੂੰ ਕੋਈ ਮੇਰੇ ਤੋਂ ਲਾਲਚ ਨਹੀਂ, ਇਹ ਕੇਵਲ ਮੇਰਾ ਭਲਾ ਹੀ ਕਰਦਾ ਹੈ। ਇਸ ਕਰਕੇ ਇਹ ਮੇਰਾ ਸਤਿਗੁਰ। ਸੋ ਅਸੀਂ ਬਹੁਤਾ ਵਿਚਾਰਾਂ ਵਿੱਚ ਨਾ ਜਾਈਏ, ਅਸੀਂ ਮੰਨ ਲੈਣਾ ਵੀ ਸਾਡਾ ਸਤਿਗੁਰੂ ਸੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ। ਬਸ ਇਹ ਸਾਨੂੰ, ਕਿਉਂਕਿ ਗੁਰੂ ਦਾ ਮਤਲਬ ਕੀ ਹੁੰਦਾ? ਗੁਰੂ ਕੀ ਕਹਿੰਦਾ ਹੈ? ਗੁਰੂ ਰਾਹ ਦੱਸਦਾ। ਗੁਰੂ ਗ੍ਰੰਥ ਸਾਹਿਬ ਕੀ ਦੱਸਦੇ ਨੇ? ਰਾਹ। ਗੁਰੂ ਕੀ ਕਰਦਾ? ਗੁਰੂ ਪਿਆਰ ਸਿਖਾਉਂਦਾ। ਗੁਰੂ ਗ੍ਰੰਥ ਸਾਹਿਬ ਕੀ ਸਿਖਾਉਂਦੇ ਨੇ? ਪਿਆਰ। ਕੋਈ ਵੀ ਦੁਨਿਆਵੀ ਗੁਰੂ ਹੋਏਗਾ ਉਹ ਕਹਿੰਦਾ ਨਫ਼ਰਤ ਛੱਡੋ, ਈਰਖਾ ਛੱਡੋ। ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਸਿਖਾਉਂਦੇ ਨੇ? ਈਰਖਾ, ਨਫ਼ਰਤ ਛੱਡੋ। ਸੰਸਾਰੀ ਕੋਈ ਵੀ ਗੁਰੂ ਹੋਏਗਾ ਉਹ ਕਹਿੰਦਾ ਸਭ ਨਾਲ ਪਿਆਰ ਕਰੋ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ? ਪਿਆਰ ਸਿਖਾਉਂਦੇ ਨੇ। ਦੁਨਿਆਵੀ ਜੇ ਕੋਈ ਗੁਰੂ ਸੱਚਾ ਹੈ ਉਹ ਕਹੇਗਾ ਵੀ ਅਵਲੇ ਅੱਲਾ ਨੂਰਿਓ ਪਾਇਆ, ਕੁਦਰਤ ਕੇ ਸਭ ਬੰਦੇ, ਕੋਈ ਜ਼ਾਤ ਨਹੀਂ ਕੋਈ ਪਾਤ ਨਹੀਂ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣੋ, ਇੱਕ ਪਿਓ ਦੇ ਪੁੱਤਰ ਸਭ ਨੂੰ ਸਮਝੋ। ਜੇ ਇਹ ਚੀਜ਼ ਸਾਡਾ ਗੁਰੂ ਕਹਿ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਸਾਡਾ ਸੱਚਾ ਸਤਿਗੁਰੂ ਹੈ। ਸੋ ਇਸ ਕਰਕੇ ਗੁਰੂ ਦਾ ਹੁਕਮ ਸਾਨੂੰ ਮੁਕਤ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵੀ ਸਾਨੂੰ ਮੁਕਤ ਹੀ ਕਰਦਾ। ਇਸ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ। ਅਗਲੀ ਪੰਕਤੀ, ਸੱਚ ਸੱਚਾ ਸਤਿਗੁਰੂ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ। ਸੱਚੇ ਸਤਿਗੁਰ ਦੀ ਨਿਸ਼ਾਨੀ ਇਹ ਹੈ ਉਹ ਵਾਸ਼ਨਾ ਰਹਿਤ ਹੁੰਦਾ, ਉਹ ਕਾਮੀ ਨਹੀਂ ਹੁੰਦਾ, ਉਹ ਕ੍ਰੋਧ ਰਹਿਤ ਹੁੰਦਾ, ਉਹਨੂੰ ਗੁੱਸਾ ਨਹੀਂ ਹੁੰਦਾ। ਔਰ ਉਹ ਬਿਖ ਮਾਰਿਆ, ਉਸਨੇ ਆਪਣੇ ਅੰਦਰੋਂ ਜਿਹੜੀਆਂ ਜ਼ਹਿਰਾਂ ਹੁੰਦੀਆਂ ਨੇ, ਜਿਵੇਂ ਸਾਡੇ ਅੰਦਰ ਵਿਸ਼ੇ ਵਕਾਰ, ਲੋਭ, ਹੰਕਾਰ, ਮੋਹ, ਕਾਮ, ਕ੍ਰੋਧ, ਇਹ ਵਿਉ ਹੈ, ਇਹ ਜ਼ਹਿਰ ਹੈ। ਇਹ ਪਤਾ ਨਹੀਂ ਇੱਕਦਮ ਪੈਦਾ ਹੋ ਜਾਂਦੀ ਹੈ। ਗੁੱਸਾ ਜ਼ਹਿਰ ਹੈ, ਇੱਕਦਮ ਸਾਡੇ ਤੇ ਹਾਵੀ ਹੋ ਜਾਂਦਾ। ਇਹ ਜ਼ਹਿਰ ਅੰਦਰ ਪ੍ਰਗਟ ਹੋ ਕੇ ਤੇ ਇਹ ਅੱਗ ਬਬੂਲਾ ਹੋ ਜਾਂਦਾ। ਜਿਹੜਾ ਸਤਿਗੁਰ ਹੁੰਦਾ ਉਹਦੇ ਅੰਦਰ ਇਹ ਚੀਜ਼ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਨੂੰ ਲੋਕ ਤਾਨੇ ਮਾਰਦੇ ਨੇ, ਮਿਹਣੇ ਦਿੰਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਭਰਜਾਈ ਜਿਹੜੀ ਕਰਮੋ ਹੈ, ਇੱਕ ਨਾਵਲ ਹੈ ਬਹੁਤ ਪਿਆਰਾ, ਮਿੱਠ ਬੋਲੜਾ ਜੀ, ਹਰਸਜਨ ਸੁਆਮੀ ਮੋਰਾ। ਉਹਦੇ ਵਿੱਚ ਬਹੁਤ ਵਧੀਆ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਤੇ ਭਰਜਾਈ ਦੀਆਂ ਦੋਨਾਂ ਦੀਆਂ ਆਪਸੀ ਗੱਲਬਾਤ ਜਿਹੜੀ ਪੂਰੀ ਲਿਖੀ ਹੈ ਡਿਟੇਲ ਵਿੱਚ। ਉਹ ਅੱਗੇ ਤਾਨੇ ਮਿਹਣੇ ਮਾਰ ਮਾਰ ਕੇ ਚੜਾਉਂਦੀ ਹੈ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਠੰਡੇ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਚਿੜਦੇ ਨਹੀਂ, ਮਤਲਬ ਗੁੱਸੇ ਵਿੱਚ ਨਹੀਂ ਆਉਂਦੇ। ਸੋ ਇਹ ਪੰਕਤੀ ਜਿਹੜੀ ਹੈ, ਸੱਚ ਸੱਚਾ ਸਤਿਗੁਰੂ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ। ਉਹਨਾਂ ਦੇ ਅੰਦਰ ਇਹ ਜ਼ਹਿਰ ਪੈਦਾ ਨਹੀਂ ਹੁੰਦੀ ਨਫ਼ਰਤ ਦੀ ਜਾਂ ਕਬੋਲ ਬੋਲਣ ਦੀ, ਕਬੋਲ ਬੋਲਣ ਦੀ। ਉਹ ਕੁਛ ਵੀ ਨਹੀਂ ਕਹਿੰਦੇ। ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਹਰਿਮੰਦਰ ਸਾਹਿਬ ਜਦੋਂ ਮੱਥਾ ਟੇਕਣ ਜਾਂਦੇ ਸੀ ਤੇ ਮਿੱਟੀ ਦੀ ਸਵਾਹ ਦੀ ਬਾਟਾ, ਟੋਕਰਾ ਜਾਂ ਲੋਹਾਂਡਾ ਜੋ ਵੀ ਕਹਿ ਦਈਏ, ਔਰ ਉਤੋਂ ਸੁੱਟ ਦਿੰਦੀ ਸੀ ਵੀ ਮਹਾਰਾਜ ਜੀ ਦੇ ਬਸਤਰ ਖਰਾਬ ਹੋ ਜਾਣ ਤੇ ਇਹ ਮੇਰੇ ਨਾਲ ਬੋਲਣ ਤੇ ਮੈਂ ਇਹਨਾਂ ਨਾਲ ਲੜਾਂ। ਤੇ ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ ਇੱਕ ਦਿਨ ਗੁੱਸਾ ਆ ਗਿਆ ਸੀ। ਕਹਿੰਦੇ ਮਹਾਰਾਜ ਤੁਸੀਂ ਕੁਛ ਕਹਿੰਦੇ ਹੀ ਨਹੀਂ, ਮੈਨੂੰ ਦੱਸੋ, ਮੈਂ ਇਹਨੂੰ ਜਰਾ ਚੰਗੀ ਤਰ੍ਹਾਂ ਪੁੱਛ ਕੇ ਆਵਾਂ। ਮਹਾਰਾਜ ਜੀ ਕਹਿੰਦੇ ਨਹੀਂ, ਕੋਈ ਗੱਲ ਨਹੀਂ, ਇਹਨੂੰ ਆਪਣਾ ਕਰਮ ਕਰਨ ਦੇ, ਐਸੀ ਆਪਣਾ ਸੁਭਾਅ ਨਹੀਂ ਛੱਡਣਾ। ਜੇ ਇਹ ਨਫ਼ਰਤ ਨਹੀਂ ਛੱਡ ਸਕਦੀ, ਇਹ ਇਹਦਾ ਸੁਭਾਅ ਹੈ। ਜੇ ਇਹ ਨਫ਼ਰਤ ਨਹੀਂ ਛੱਡ ਸਕਦੀ ਤੇ ਅਸੀਂ ਆਪਣਾ ਦਇਆ ਵਾਲਾ, ਨਿਮਰਤਾ ਵਾਲਾ ਸੁਭਾਅ ਕਿਉਂ ਛੱਡੀਏ? ਅਸੀਂ ਵੀ ਨਹੀਂ ਛੱਡਣਾ ਆਪਣਾ ਸੁਭਾਅ। ਜੇ ਇਹ ਨਹੀਂ ਛੱਡਦੀ ਇਹਨੂੰ ਕਰਨ। ਸੋ ਕਹਿਣ ਦਾ ਮਤਲਬ ਸੱਚਾ ਸਤਿਗੁਰ ਉਹ ਹੈ ਜਿਹਦੇ ਅੰਦਰ ਕ੍ਰੋਧ ਰੂਪੀ ਬਿਖ ਹੁੰਦਾ ਨਹੀਂ,
ਜੇ ਉਹਨਾਂ ਨੂੰ ਤਤੀ ਤਵੀ ਤੇ ਵੀ ਬਿਠਾਉਂਦੇ ਨੇ ਤੇ ਉਹ ਗੁੱਸੇ ਦੇ ਨਾਲ ਲਾਲ ਪੀਲੇ ਨਹੀਂ ਹੁੰਦੇ। ਜੇ ਕਾਜੀ ਉਹਨਾਂ ਨੂੰ ਬੋਲ ਕਬੋਲ ਬੋਲਦਾ ਤੇ ਮਹਾਰਾਜ ਜੀ ਬਿਲਕੁਲ ਆਪਣੀ ਰਸਨਾ ਤੋਂ ਕੋਈ ਵੀ ਫਿੱਕਾ ਬਚਨ ਨਹੀਂ ਕੱਢਦੇ, ਫਿੱਕਾ ਬੋਲਦੇ ਹੀ ਨਹੀਂ ਮਹਾਰਾਜ ਜੀ। ਮਹਾਰਾਜ ਜੀ ਬੋਲਦੇ ਨੇ ਸਿਰਫ ਨਿਰੰਕਾਰ ਦੀ ਬਾਣੀ ਨੂੰ ਬੋਲਦੇ ਹੈ, ਨਿਰੰਕਾਰ ਦੀ ਬਾਣੀ ਨੂੰ ਹੀ ਜਪਦੇ ਹਨ। ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਇਹ ਪੜ੍ਹਦੇ ਨੇ ਨਾ ਕਿ ਕਿਸੇ ਨੂੰ ਕੋਈ ਹੋਰ ਗੱਲ ਕਹਿੰਦੇ ਨੇ। ਇਹਦਾ ਮਤਲਬ ਸੱਚੇ ਸਤਿਗੁਰ ਦੀ ਨਿਸ਼ਾਨੀ ਹੈ ਉਹਦੀ ਰਸਨਾ ਤੂੰ ਕਦੇ ਵੀ ਕੌੜਾ ਸ਼ਬਦ ਮਿੱਠ ਬੋਲੜਾ ਜੀ। ਹਰ ਸੱਜਣ ਸੁਆਮੀ ਮੋਰਾ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਉਹਦੇ ਅੰਦਰ ਸਵਾਲ ਹੀ ਨਹੀਂ ਪੈਦਾ ਹੁੰਦਾ, ਇੱਦਾਂ ਦੀ ਭਾਵਨਾ ਆ ਜਾਏ। ਉਸ ਦਾ ਕੋਈ ਬੁਰਾ ਕਰੇ ਤੇ ਉਹ ਕਹਿ ਦਿੰਦਾ ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ। ਬੁਰੇ ਦਾ ਵੀ ਭਲਾ ਕਰਨਾ ਇਹ ਸੱਚੇ ਸਤਿਗੁਰ ਦੀ ਨਿਸ਼ਾਨੀ ਹੈ। ਉਹ ਸੱਚਾ ਸਤਿਗੁਰੂ ਸਾਡੇ ਸਾਹਮਣੇ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਆਖਰੀ ਪੰਕਤੀਆਂ, ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ, ਇੱਦਾਂ ਦਾ ਜਦੋਂ ਮੈਂ ਸਤਿਗੁਰੂ ਦੇਖਿਆ ਨਾ, ਮੈਨੂੰ ਧੀਰਜ ਆ ਗਿਆ, ਮੇਰੇ ਅੰਦਰ ਠੰਡ ਪੈ ਗਈ। ਇੰਨਾ ਸੋਹਣੇ ਸੋਹਣੇ ਉਹਦੇ ਵਿੱਚ ਗੁਣ ਮੈਂ ਦੇਖੇ। ਜਦੋਂ ਕਿਸੇ ਇਨਸਾਨ ਦੇ ਵਿੱਚ ਬਹੁਤ ਚੰਗੇ ਗੁਣ ਦੇਖੇ ਜਾਣ, ਦਿਲ ਕਰਦਾ ਹੈ ਵੀ ਇਸ ਦੀ ਸੰਗਤ ਕੀਤੀ ਜਾਏ। ਜਿਸ ਪਾਸ ਬੈਠੇ ਆ ਸੋਈਏ ਸਭਨਾ ਦਾ ਵਿਸਾਓ। ਦਿਲ ਕਰਦਾ ਹੈ ਇਹਨੂੰ ਕੋਲ ਬਿਠਾਇਆ ਜਾਏ, ਦਿਲ ਕਰਦਾ ਇਹਦੇ ਕੋਲ ਬੈਠਿਆ ਜਾਏ। ਤੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਇੱਦਾਂ ਹੀ ਸਤਿਗੁਰ ਹੈ। ਜਦੋਂ ਮੈਂ ਦੇਖਿਆ ਤੇ ਮੈਨੂੰ ਧੀਰੋ ਦੇਖ ਤੁਮਾਰੇ ਰੰਗਾ, ਮੇਰੇ ਮਨ ਨੂੰ ਧੀਰਜ ਆ ਗਿਆ, ਮੇਰੇ ਮਨ ਨੂੰ ਠਹਿਰਾਓ ਆ ਗਿਆ, ਮੇਰੇ ਮਨ ਨੂੰ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਸੁਖ ਉਪਜੇ ਵਾਜੇ ਅਨਹਦ ਤੂਰੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਮੈਨੂੰ ਸ਼ਾਂਤੀ ਆਈ ਤੇ ਗੁਰੂ ਦੀ ਗੋਦ ਵਿੱਚ ਮੈਨੂੰ ਟਿਕਾ ਮਿਲਿਆ, ਤੇ ਗੁਰੂ ਦੀ ਗੋਦ ਵਿੱਚ ਹੋਰ ਕਿਧਰੇ ਵੀ ਟਿਕਾ ਨਹੀਂ ਮਿਲਿਆ। ਜੇ ਕਿਸੇ ਨੂੰ ਟਿਕਾ ਮਿਲੇਗਾ ਨਾ ਸਤ ਸੰਗਤ, ਸੱਚ ਕਹਿੰਦਾ ਗੁਰੂ ਦੀ ਗੋਦ ਤੋਂ ਬਗੈਰ ਨਹੀਂ ਮਿਲਣਾ। ਦੁਨਿਆਵੀ ਰਿਸ਼ਤੇ ਜਿੰਨੇ ਮਰਜ਼ੀ ਪਰਖ ਲਿਓ, ਜਿੰਨੇ ਮਰਜ਼ੀ ਖੂਨ ਦੇ ਰਿਸ਼ਤੇ, ਲਾਗੇ ਦੇ ਰਿਸ਼ਤੇ ਪਰਖ ਲਿਓ, ਅਸਲੀ ਸ਼ਾਂਤੀ ਸਾਰੇ ਪੁੱਤਰ ਧੀਆਂ ਮਾਂ ਬਾਪ ਨੂੰ ਸ਼ਾਂਤੀ ਨਹੀਂ ਦਿੰਦੇ। ਸਾਰੇ ਪੇਰੈਂਟਸ ਆਪਣੇ ਔਲਾਦ ਨੂੰ ਸ਼ਾਂਤੀ ਨਹੀਂ ਦਿੰਦੇ। ਦਿੰਦੇ ਹਨ ਪਰ ਸਾਰੇ ਨਹੀਂ। ਔਲਾਦ ਵੀ ਦਿੰਦੀ ਹੈ ਪਰ ਸਾਰੇ ਨਹੀਂ। ਪਰ ਜਿਹੜਾ ਗੁਰੂ ਹੈ ਉਹ ਸਾਰਿਆਂ ਨੂੰ ਸ਼ਾਂਤੀ ਦਿੰਦਾ ਹੈ। ਗੁਰੂ ਸਾਰਿਆਂ ਨੂੰ ਰਿਲੈਕਸ ਕਰਦਾ ਹੈ। ਗੁਰੂ ਸਾਰਿਆਂ ਦੀ ਭਟਕਣਾ ਨੂੰ ਮਿਟਾਉਂਦਾ ਹੈ। ਇਸ ਕਰਕੇ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਜਿਵੇਂ ਦਾ ਮੈਨੂੰ ਚਾਹੀਦਾ ਸੀ ਮੈਨੂੰ ਮਿਲ ਚੁੱਕਾ ਹੈ। ਇਸ ਕਰਕੇ ਮੈਨੂੰ ਉਸਨੇ ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹੋਵੇਂ ਰੋਗ। ਮੇਰੇ ਅੰਦਰ ਸੱਚ ਦਾ ਮੰਤਰ ਦ੍ਰਿੜ ਕਰਵਾ ਦਿੱਤਾ। ਮੇਰੇ ਹਉਮੈ ਵਾਲਾ ਕੰਡਾ ਕੱਢ ਕੇ ਰੱਖ ਦਿੱਤਾ। ਤੇ ਇਸ ਕਰਕੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਮੇਰੇ ਮਨ ਨੂੰ ਖੁਸ਼ੀ ਮਿਲ ਗਈ, ਧੀਰਜ ਆ ਗਿਆ, ਸੰਤੋਖ ਆ ਗਿਆ, ਸਬਰ ਆ ਗਿਆ। ਜਾਂ ਮੈਂ ਇੰਝ ਕਹਿ ਸਕਦਾ ਮੈਨੂੰ ਰੱਜ ਆ ਗਿਆ। ਮੈਂ ਰੱਜਿਆ ਨਹੀਂ ਸੀ ਦੁਨੀਆ ਦੇਖ ਦੇਖ, ਮੈਂ ਰੱਜਿਆ ਨਹੀਂ ਸੀ ਖਾ ਖਾ। ਅੱਖੀਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ। ਮੈਂ ਤਮਾਸ਼ੇ ਦੇਖ ਕੇ ਵੀ ਨਹੀਂ ਰੱਜਿਆ, ਮੈਂ ਖਾ ਕੇ ਵੀ ਨਹੀਂ ਰੱਜਿਆ, ਮੈਂ ਭੋਗ ਕੇ ਵੀ ਨਹੀਂ ਰੱਜਿਆ। ਮੈਂ ਤੈਨੂੰ ਦੇਖ ਕੇ ਰੱਜ ਗਿਆ। ਬਈ ਰੱਜ ਆ ਗਿਆ, ਕਮਾਲ ਹੋ ਗਈ। ਮੈਨੂੰ ਸਬਰ ਮਿਲ ਗਿਆ,
मैनू संतोख मिल गया। धीरो देख तुम्हारे रंगा, मैनू तेरे रंग दे के मैनू सबर शुक्र आ गया। होर की चाहिए? ये चीज़ महाराज जी कहते कितों मिली? तेनों पूरे सतगुर तो मिलती है। ध्यान देना, जिन्हों धीरज आ जाता ना, संतोख आ जाता, उन्होंने कोई कमी नहीं रहिंदी। ये ना समझना जिन्होंने धीरज आ गया, संतोख आ गया, उन्होंने खर्चन लई पैसे नहीं मिलने, उन्होंने खाण लई खाना नहीं मिलना, पहनने लई कपड़े नहीं मिलने, अगे तो ज़्यादा मिलणगे, अगे तो ज़्यादा। जिन्हों सबर संतोख नहीं आया वो पदार्थां दे पिछे दौड़दा रहिंदा, पदार्थ अगे अगे। जिन्ने भगत सी साडे, जदों उन्हां नूं संतोख सबर आ गया ना, उन्हां दे घरां दे विच लंगर चले, लंगर वो मुक्के ही नहीं, चलते रहे। जदों प्यो ने खजाना खोलिया ना, प्यो दादे का खोल डिठा खजाना, तां मेरे मन भया निधाना। महाराज जी कहंदे हुण खर्ची जाई, खाई जाई, खावे खर्चे रल मिल भाई, टोट ना आवे वध हो जाए। सबर विच रही, संतोख विच रही, शुक्र करी मालक दा। जे तेरा खजाना मुकन दे गया तां कहीं। महाराज जी पता की कहते हैं? देंदा दे लैंदे तक पाए। सानू फिक्र हुंदा है 20 लाख सी, 10 लग गया, 10 रह गया। करोड़ सी, 50 लग गया, 50 रह गया। वो महाराज जी कहते क्यों सोचदा, क्यों सोचदा? अगे भी तो उसने वधाया, ਉਹਦੇ ਨਾਲ जुड़िया रह। पता की क्या कर, कभी भी जिंदगी में ये नहीं कहना हुण ते खाली हो गए। महाराज बहुता कही है, बहुता होए। हमेशा कहना रब दा बहुत कुछ दिता है जी। और जिन्हों 2 वक्त की रोटी मिल रही है, पहनन नूं कपड़े मिल रहे ने, तंदुरुस्ती मिली है, होर उन्होंने की चाहिए? होर की चाहिए? शुक्र करन वाले दे दाता कारज आप सवारदा। इस करके शुक्र, सबर, संतोख रखना ते पदार्थ अगे नालों 4 गुणा बाणी विच लिखे है। तिस ते चौगण करे निहाल, होर ज़्यादा मिलणगे, होर ज़्यादा। तुसी पुण्य खाते ला के देखियो, तुसी दान करके देखियो, किसी दे सोहने कपड़े पवा के देखियो, किसी नूं जुत्ती लैके देखियो, उन्होंने दे के देखियो, किसी नूं खाना खवा के देखियो, किवें सत्संग जी वाधा हुंदा है कमाइयां दे विच। सच्ची गल है, बहुत वाधा हुंदा है। बंदा हैरान हो जाता है भी होर इन्नी बरकत आ गई। बरकत असीसां नाल आउंदी है। ध्यान देना, जदों किसी की असीस मिलती है ना, जदों असी किसी का भला करते हैं ना, किसी नूं लंगर छकाउंदे आ ना, किसी नूं कपड़ा लीड़ा दिंदे आ ना, या किसी नूं कोई 100, 500, 400 रुपया दिंदे आ ना, उहदे मूँह दे विचों असीस निकलदी ही निकलदी है। वो कहंदा तेरा भला होवे, रब तेरा वाधा करे, रब तेरे बरकतां पावे, तैनूं होर वधावे। ते गुरु भी खुश हुंदा है भी जिहड़ा मैं वंड के छकण दी गल कही मेरा पुत कर रहे है। जिंदगी विच आप ते अपनिआं नूं खुआ के ना चले जाना। ध्यान देना, आप खा पी लिया ते निआणिआं नूं खुआ पिया दिता, ये ते पशु पंछियां ने भी खुआया है। निक्के निक्के जिहड़े पंछी हुंदे ना, चिड़े चिड़ियां, ये अपने निआणिआं दे बच्चिआं दे छोटिआं छोटिआं दे मूँह दे विच ना चोगा पाउंदे ने। तुसीं देखे होणगे ਨਿਆਣਿਆਂ ਨੂੰ ਤੇ ਉਹ ਵੀ ਪਾਲਦੇ ਨੇ ਤੇ ਅਸੀਂ ਕਿਹੜਾ ਸਾਨ ਕਰਤਾ। ਅਸੀਂ ਵੀ ਉਸੇ ਤਰ੍ਹਾਂ ਅਸੀਂ ਕਮਾਈ ਕਰਕੇ ਰੋਟੀ ਖਵਾ ਕੇ ਕੱਪੜੇ ਪਵਾ ਦਿੱਤੇ। ਆਲ੍ਹਣਾ ਦੇਖਿਆ ਕਿਸੇ ਨੇ? ਬਿਜੜੇ ਦਾ ਆਲ੍ਹਣਾ ਦੇਖਿਆ ਕਿੱਦਾਂ ਬਣਾਉਂਦੇ ਆ? ਉਹਦੇ ਵਿੱਚ ਆਪਣੇ ਬੱਚਿਆਂ ਨੂੰ ਆਂਡੇ ਦਿੰਦੇ ਆ, ਉਹਦੇ ਵਿੱਚ ਫਿਰ ਬੱਚੇ ਕੱਢਦੇ ਆ, ਫਿਰ ਚੋਗਾ ਚੁੱਕ ਕੇ ਉਹਨਾਂ ਦੇ ਮੂੰਹ ਵਿੱਚ ਪਾਉਂਦੇ ਆ। ਜੇ ਕੋਈ ਉਹਨਾਂ ਦੇ ਆਲ੍ਹਣੇ ਨੂੰ ਤੋੜੇ ਤੇ ਠੁੰਗੇ ਮਾਰ ਮਾਰ ਕੇ ਉਸ ਬੰਦੇ ਦਾ ਵਿਰੋਧ ਕਰਦੇ ਆ। जो असी करते वो पंछी भी कर रहे हैं। फिर असी लग की कर सकते हैं? असी दूसरे का भला कर सकते हैं, दूसरे नू रोटी दे सकते हाँ। इस जोगे करदे मालक आप भी खाइए ते किसी नू भी खुआइए।
ਇੱਦਾਂ ਦੀ ਦਾਤ ਮੰਗਣੀ ਚਾਹੀਦੀ ਹੈ। ਮਾਲਕ ਦੇਵੀਂ, ਆਪ ਵੀ ਛਕੀਏ ਤੇ ਦੂਸਰੇ ਨੂੰ ਵੀ ਛਕਾਈਏ। ਮਤਲਬ ਗੁਰੂ ਨਾਨਕ ਪਾਤਸ਼ਾਹ ਜੋ ਤੂੰ ਕਿਹਾ ਸੀ ਨਾ, ਵੰਡ ਕੇ ਛਕਿਓ, ਜੇ ਮੇਰੇ ਜੋਗਾ ਹੋਏਗਾ ਤੇ ਮੈਂ ਵੰਡਾਂਗਾ ਕਿਤੋਂ। ਜੇ ਅਰਦਾਸ ਕਰਕੇ ਦਾਤ ਮੰਗ ਲਈ, ਮਹਾਰਾਜ ਜੀ ਮੈਂ ਵੰਡ ਕੇ ਛਕਣਾ, ਤੇ ਮਾਲਕ ਨੇ ਫਿਰ ਇੰਨਾ ਕੁ ਦੇ ਦੇਣਾ ਕਿ ਨਾ ਜਾਂ ਆਪ ਵੀ ਛਕ, ਦੂਜੇ ਨੂੰ ਵੰਡ ਕੇ ਤੇ ਉਹੀ ਛਕੇਗਾ। ਸ਼ੇਅਰ ਕਿਹੜਾ ਕਰਦਾ ਜੀ? ਜਿਹਦੇ ਕੋ ਆਪਣੇ ਜੋਗਾ ਹੋਵੇ ਉਹ ਸ਼ੇਅਰ ਕਰ ਦੇ। ਵੈਸੇ ਚਲੋ ਹੁਣ ਸਮਾਂ ਹੋ ਗਿਆ, ਮੈਂ ਉਹ ਵੀ ਇਤਿਹਾਸ ਸੁਣਾਵਾਂਗਾ। ਅੱਧੀ ਰੋਟੀ ਜਿਹੜੀ ਸੀ ਉਹ ਵੀ ਵੰਡ ਕੇ, ਇੱਕ ਰੋਟੀ ਜਿਹੜੀ ਸੀ ਉਹ ਵੀ ਵੰਡ ਕੇ, 2 ਰੋਟੀਆਂ ਸੀ ਭਾਈ ਸਾਹਿਬ ਕਹਿੰਦੇ ਉਹ ਵੀ ਵੰਡ ਕੇ, ਤੇ ਪਾਤਸ਼ਾਹ ਇੰਨੇ ਖੁਸ਼ ਹੋਏਗੀ, ਇੰਨੇ ਖੁਸ਼ ਹੋਏ ਸੀ। ਉਹ ਮਹਾਰਾਜ ਜੀ ਕਹਿੰਦੇ ਉਹ ਤੁਹਾਡੀਆਂ ਪੀੜ੍ਹੀਆਂ ਕੋਲੋਂ ਨਹੀਂ ਮੁੱਕੇਗਾ, ਤੁਹਾਡੇ ਖਾਨਦਾਨ ਕੋਲ ਨਹੀਂ ਮੁੱਕੇਗਾ। ਤੁਸੀਂ ਵੰਡ ਕੇ ਛਕਿਆ, ਇੱਕ ਮੰਗਤੇ ਨੂੰ ਆਪਣੇ ਮੂੰਹ ਦੇ ਵਿੱਚੋਂ ਕੱਢ ਕੇ ਜਿਹੜੀ ਇੱਕ ਰੋਟੀ ਸੀ ਉਹ ਹੀ ਦੇ ਦਿੱਤੀ। ਇਹ ਸਾਖੀ ਹੈ, ਅੱਗੇ ਵੀ ਸੁਣਾਈ ਸੀ, ਫਿਰ ਸੁਣਾਵਾਂਗੇ। ਬਹੁਤ ਪਿਆਰੀ ਹੈ, ਛੇਤੀ ਛੇਤੀ ਨਹੀਂ ਸੁਣਾਉਣੀ, ਫਿਰ ਉਹਦਾ ਇੰਨਾ ਸਤਿਕਾਰ ਨਹੀਂ ਰਹਿੰਦਾ। ਇਸ ਕਰਕੇ ਵੰਡ ਕੇ ਛਕਣਾ ਸਾਰਿਆਂ ਦੇ ਨਾਲ। ਇੱਥੋਂ ਤੱਕ ਭਗਤਾਂ ਨੇ ਕਿਹਾ ਆਪ ਉਹ ਰਹਿ ਗਏ ਸੀ ਛਕਣੋਂ ਤੇ ਦੂਜੇ ਨੂੰ ਛਕਾਤਾ। ਸਾਡੇ ਕੋਲ ਤਾਂ ਬਹੁਤ ਨੇ, ਅਸੀਂ ਤੇ ਕਈ ਚਿਰਾਂ ਵਾਸਤੇ ਸਾਂਭ ਕੇ ਰੱਖੇ ਹੋਏ ਨੇ, ਅਨਾਜ, ਕੱਪੜੇ, ਪੈਸੇ, ਲੋਕਰ, ਸਭ ਕੁਛ ਹੈ। ਤੇ ਫਿਰ ਸਾਨੂੰ ਕੁਝ ਨਾ ਕੁਝ ਕਦੇ ਕਦਾਈ ਵੰਡਣਾ ਚਾਹੀਦਾ, ਵੰਡਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਲੋੜਵੰਦ ਦੀ ਕਰੋ, ਸਿੱਖ ਦੀ ਕਰੋ, ਉਹ ਗੁਰੂ ਦੀ ਸੇਵਾ ਮੰਨੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਖਾਲਸਾ ਕੋਈ ਵੀ ਹੋ ਸਕਦਾ ਹੈ, ਧਿਆਨ ਦੇਣਾ ਕਿ ਤੇ ਇਹ ਨਾ ਸਮਝਣਾ ਸਿੱਖਾਂ ਵਿੱਚ ਹੀ ਖਾਲਸਾ। ਖਾਲਸਾ ਕਹਿੰਦੇ ਨੇ ਪਿਓਰ ਨੂੰ, ਖਾਲਸਾ ਕਹਿੰਦੇ ਨੇ ਸ਼ੁੱਧ ਨੂੰ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਪੀਰ ਬੁੱਧੂ ਸ਼ਾਹ ਖਾਲਸਾ ਨਹੀਂ। ਆਪਣੇ ਪੁੱਤਰਾਂ ਨੂੰ ਵੀ ਸ਼ਹੀਦ ਕਰਾ ਦਿੱਤਾ, ਮੁਰੀਦਾਂ ਨੂੰ ਵੀ ਸਾਰਿਆਂ ਨੂੰ ਸ਼ਹੀਦ ਕਰਾ ਦਿੱਤਾ। ਅਜੇ ਕੋਈ ਖਾਲਸੇ ਵਾਲੀ ਕਮੀ ਰਹਿ ਗਈ? ਹਾਂ, ਜਿਹਦੇ ਅੰਦਰ ਗੁਰੂ ਲਈ ਪਿਆਰ ਹੈ ਨਾ, ਜਿਹਦੇ ਅੰਦਰ ਗੁਰੂ ਲਈ ਵਾਰਨ ਦੀ ਭਾਵਨਾ ਹੈ, ਤੜਪ ਹੈ, ਜਿਹੜਾ ਗੁਰੂ ਦਾ ਹੁਕਮ ਮੰਨਦਾ, ਗੁਰੂ ਦੇ ਭਣ ਵਿੱਚ ਰਹਿੰਦਾ, ਉਹ ਖਾਲਸਾ। ਇੱਦਾਂ ਦੇ ਖਾਲਸੇ ਦੀ ਸੇਵਾ ਕਰਨਾ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹੈ। ਆਖਰੀ ਪੰਕਤੀ, ਬਲਿਹਾਰੀ ਗੁਰੂ ਆਪਣੇ ਸਦਾ ਸਦਾ ਘੁੰਮ ਵਾਰਿਆ, ਐਸੇ ਗੁਰੂ ਤੋਂ ਮੈਂ ਬਲਿਹਾਰੀ ਜਾਂਦਾ ਹਾਂ, ਗੁਰਮੁਖ ਜਿੱਤਾ ਮਨਮੁਖ ਹਾਰਿਆ। ਸੋ ਗੁਰੂ ਦੇ ਸਨਮੁਖ ਰਹਿਣ ਵਾਲਾ ਬਾਜੀ ਜਿੱਤ ਜਾਂਦਾ, ਪਿੱਛੇ ਤੁਰਨ ਵਾਲਾ ਜਿਹੜਾ ਪਿੱਛੇ ਰਹਿ ਜਾਂਦਾ ਦੂਰ ਹੋ ਜਾਂਦਾ। ਮਨਮੁਖ ਹਾਰਿਆ ਤੇ ਮਨਮੁਖ ਹਾਰ ਜਾਂਦਾ ਹੈ ਜੀ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਮਹਾਰਾਜ ਜੀ ਨੇ ਸੇਵਾ ਲਈ ਹੈ। ਗੁਰੂ ਮਹਾਰਾਜ ਜੀ ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸਾਉਣ, ਚੜ੍ਹਦੀਆਂ ਕਲਾਂ ਬਖਸ਼ਣ, ਹਰ ਮੈਦਾਨ ਨੂੰ ਫਤਿਹ ਕਰਨ। ਕੱਲ੍ਹ ਨੂੰ 29 ਤਰੀਕ ਇਸ ਵੇਲੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ 400 ਸਾਲਾ, ਉਸ ਦੇ ਸੰਬੰਧ ਵਿੱਚ ਸਤ ਸੰਗਤ ਜੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਸੋ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ, ਦਰਸ਼ਨ ਦੀਦਾਰ ਕਰਨੇ ਮਹਾਰਾਜ ਜੀ ਦੇ। ਆਪਣੀਆਂ ਕਮਾਈਆਂ ਨੂੰ, ਜੀਵਨ ਨੂੰ, ਸਵਾਸਾਂ ਨੂੰ ਸਫਲਿਆਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।